ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ। ਮਾਇਆ ਚਿਤਰ ਵਿਚਿਤ੍ਰ ਵਿਮੋਹਤ, ਬਿਰਲਾ ਬੂਝੇ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਣ ਸਤ ਸਹਸ, ਜੈਸੇ ਓਤ ਪੋਤ ਪ੍ਰਭ ਸੋਈ। ਰਹਾਉ ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਪਿਨ ਨਾ ਹੋਈ। ਯੂ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨ ਹੋਈ। ਮਿਥਿਆ ਭਰਮ ਔਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਸੁਕਿਰਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨਿਆ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੇ ਵਿਚਾਰੀ। ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ। ਕੀ ਸਮਝਾਉਂਦੇ ਆ ਭਗਤ ਜੀ? ਕੁਦਰਤ ਬਾਰੇ ਆਪਾਂ ਨੂੰ ਸਮਝਾ ਰਿਹਾ ਭਾਈ, ਹੁਕਮ ਬਾਰੇ, ਪ੍ਰਤਪਾਲਕ ਬਾਰੇ ਆਪਾਂ ਨੂੰ, ਸ੍ਰਿਸ਼ਟੀ ਦੇ ਬ੍ਰਹਮ ਗਿਆਨ ਦੇ ਰਾਹੀਂ ਆਪਾਂ ਨੂੰ ਭਗਤ ਗੁਰੂ ਸਾਹਿਬਾਨ ਮਾਇਆ ਦੇ ਪ੍ਰਮਾਣ ਦੇ ਕੇ ਆਪਾਂ ਨੂੰ ਉਹ ਨਿਰਾਕਾਰ ਦੁਨੀਆ ਨੂੰ ਕਿਵੇਂ ਨਾ ਕਿਵੇਂ ਜੀਵ ਨੂੰ ਸਮਝ ਆ ਜਾਵੇ, ਇਹ ਕਿਰਪਾ ਕਰ ਰਹੇ ਨੇ। ਅਨੇਕ ਹੈ ਫਿਰ ਏਕ ਹੈ। ਕੁਦਰਤ ਸੱਚਖੰਡ ਦੇ ਵਿੱਚ ਅਨੇਕ ਹੁੰਦੇ ਹੋਏ ਵੀ ਸਾਰੇ ਉਹਦੇ ਹੁਕਮ 'ਚ ਨੇ। ਹੁਕਮ ਹੀ ਪ੍ਰਤਪਾਲਕ ਹੈ। ਇੱਥੇ ਆਪਾਂ ਅਨੇਕ ਹੁੰਦੇ ਹੋਏ ਵੀ ਇੱਕ ਨਹੀਂ ਹੈਗੇ। ਏਕਤਾ ਕਦੇ ਨਹੀਂ ਹੋ ਸਕਦੀ। ਮਾਇਆ ਦੇ ਵਿੱਚ ਅਨੇਕਤਾ ਤਾਂ ਹੈ, ਪਰ ਏਕਤਾ ਨਹੀਂ ਹੈਗੀ। ਜਿਹਦੀ ਏਕਤਾ ਹੋ ਜਾਂਦੀ ਹੈ, ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਦਿੰਦੀ ਹੈ ਭਾਈ। ਜਾਂ ਯੁਗ ਮੇ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਹੈ ਜੀਵ, ਤੈਨੂੰ ਮਾਇਆ ਨੇ ਮੋਹ ਲਿਆ, ਤੂੰ ਇੱਕ ਹੋਣ ਆਇਆ। ਪਰ ਇੱਕ ਤਾਂ ਹੋਵਾਂਗੇ ਆਪਾਂ ਜੇ ਆਪਾਂ ਗੁਰੂ ਭਗਤ ਸਾਹਿਬਾਨਾਂ ਦੇ ਇਹ ਮਾਰਗ 'ਤੇ ਚੱਲਾਂਗੇ। ਜਿਵੇਂ ਸਤਿਗੁਰ ਸਮਝਾਉਂਦੇ ਆ ਜਪਜੀ ਸਾਹਿਬ 'ਚ, ਨਦੀਆਂ ਪਵੈ ਸੰਬੰਧ ਨਾ ਜਾਣੀ। ਜਿਵੇਂ ਨਦੀਆਂ ਨਾਲ ਇਹ ਸਮੁੰਦਰ ਨੂੰ ਨਹੀਂ ਜਾਣਦੇ ਚੱਲੇ ਹੋਏ ਨੇ, ਇਵੇਂ ਆਪਾਂ ਗੁਰੂ ਉਪਦੇਸ਼ ਦੇ ਪਿੱਛੇ ਚੱਲਣਾ ਵਾ। ਜਿਵੇਂ ਉਹ ਨਦੀਆਂ ਨਾਲ ਇੱਕ ਦਿਨ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਨੇ, ਇਵੇਂ ਉਹ ਆਤਮਾ ਜਿਹੜੀਆਂ ਇਹ ਰਾਹ 'ਤੇ ਚੱਲਦੀਆਂ ਨੇ ਮਾਰਗ 'ਤੇ, ਉਹ ਗੁਰ ਕਾ ਰੂਪ ਹੋ ਜਾਂਦੇ ਨੇ। ਆਤਮਾ ਕਰਕੇ, ਸਰੀਰ ਕਰਕੇ ਤਾਂ ਆਪਾਂ ਸਾਰੇ ਪੂਰਨ ਹੋ ਜਾਂਦੇ ਹਾਂ, ਪਰ ਆਤਮਾ ਤੋਂ ਕੋਰੇ ਬੈਠੇ ਹਾਂ। ਏਕ ਅਨੇਕ ਵਿਆਪਕ ਸਰਵਿਆਪੀ ਹੈ, ਪੂਰਕ ਹੈ ਸਾਰਿਆਂ ਦਾ। ਜਦ ਦੇਖੋ ਤਤ ਸੋਈ। ਕੌਣ ਦੇਖਦੇ ਨੇ? ਜਿਹੜੇ ਇੱਕ ਹੋ ਜਾਂਦੇ ਨੇ। ਆਤਮ ਪਸਾਰਾ ਕਰਨੇ ਹਾਰਾ, ਏਕ ਵਿਨਾ ਨਹੀਂ ਜਾਣੀ। ਜਿਹੜਾ ਆਤਮ ਪਸਾਰਾ, ਇਹ ਸੰਸਾਰ ਖੇਲ ਹੈ, ਕੁਦਰਤ ਦਾ ਆਵਣ ਜਾਵਣ ਖੇਲ ਬਣਾਇਆ। ਆਗਿਆਕਾਰੀ ਕੀਨੀ ਮਾਇਆ, ਜਿਹੜੀ ਮਾਇਆ ਉਹਨੇ ਪੈਦਾ ਕੀਤੀ ਹੈ, ਉਹਦਾ ਪਹਿਲਾਂ ਆਪਾਂ ਨੂੰ ਮਾਇਆ ਦਾ ਗਿਆਨ ਹੋਣਾ ਰਿੱਧ ਦਾ ਹੈ। ਰਿੱਧ ਤੋਂ ਬਾਅਦ ਫਿਰ ਆਪਾਂ ਨੂੰ ਸਿੱਧ ਦਾ ਗਿਆਨ ਹੈ। ਪਰ ਆਪਾਂ ਤਾਂ ਸਿੱਧਾ ਹੀ ਭਾਲਦੇ ਹਾਂ, ਉੱਥੋਂ ਆਪਾਂ ਕਿਰਾਏ ਪੈ ਜਾਂਦੇ ਹਾਂ। ਤਾਈਓ ਤਾਂ ਆਪਾਂ ਗਤੀ ਸਰੀਰ ਦੀ ਕਰੀ ਜਾਂਦੇ ਹਾਂ, ਗਤੀ ਆਤਮਾ ਦੀ ਹੋਣੀ ਆ। ਸਰਵਵਿਆਪੀ ਹੈ। ਮਾਇਆ ਚਿੱਤਰ ਵਿਚਿੱਤਰ ਵਿਮੋਹਤ। ਇਹ ਜੋ ਦੇਖ ਰਹੇ ਹਾਂ ਅਸੀਂ ਮਾਇਆ ਚਿੱਤਰ, ਅਸੀਂ ਇਹਦੇ ਨਾਲ ਜੁੜ ਜਾਂਦੇ ਹਾਂ। ਬਚਿੱਤਰ ਮਾਇਆ ਤੋਂ ਪਰੇ, ਉਹਦਾ ਦਰਸ਼ਨ ਕਰਨਾ ਆਪਾਂ, ਉਹ ਆਪਣੀ ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ। ਸਤਿਗੁਰਾਂ ਨੇ ਸਮਝਾਇਆ, ਸਿੱਧ ਗੋਸ਼ਟ ਯੋਗੀਆਂ ਨੂੰ ਸਮਝਾਇਆ, ਸਾਰੇ ਧਰਮਾਂ ਨੂੰ ਸਮਝਾਇਆ। ਪਰ ਅਸੀਂ ਗੁਰੂ ਘਰ ਜਾ ਕੇ ਸਿੱਖੀ ਲੈਣੀ ਸੀ, ਉੱਥੇ ਗੁਰੂਆਂ ਨੂੰ ਉਪਦੇਸ਼ ਕਰਨ ਲੱਗ ਗਏ। ਸਾਡੇ ਝੋਲੀ 'ਚ ਕੀ ਪੈਣਾ ਸੀ? ਫਿਰ ਕਿਰਾਏ ਪੈ ਗਿਆ। ਅਸੀਂ ਦੁੱਖ ਮੰਗਦੇ ਉੱਥੇ ਜਾ ਕੇ। ਅਸੀਂ ਮੰਗਣਾ ਸੀ ਨਾਮ। ਨਾਮ ਤਾਂ ਮੰਗਾਂਗੇ ਜੇ ਸਾਨੂੰ ਸਮਝੋ ਨਾਮ ਹੈ ਕੀ ਹੈ। ਬਿਨ ਅੱਖਾਂ ਤੋਂ ਦੇਖਣਾ, ਜਿਹੜਾ ਬਿਨ ਕੰਨਾਂ ਤੋਂ ਸੁਣਨਾ,
ਬਿਨੱਥੀ ਕਰਨਾ ਜਿਹੜਾ ਇਹ ਮਾਰਗ ਹੈ ਭਗਤ, ਇਹ ਨਿਰਾਕਾਰ ਦੁਨੀਆ ਦਾ ਵਿਸ਼ਾ ਸਾਨੂੰ ਗੁਰੂ ਬਾਰ-ਬਾਰ ਉਪਦੇਸ਼ ਦੇ ਕੇ ਸਮਝਾ ਰਹੇ ਨੇ। ਅਸੀਂ ਉਪਦੇਸ਼ ਨੇ ਜੁੜ ਜਾਂਦੇ ਹਾਂ, ਵਿਦਵਾਨ ਵੀ ਉਹਨਾਂ ਨੂੰ ਆਪਦੀ ਪ੍ਰਾਪਤੀ ਸਮਝਦੇ ਨੇ ਪੜ੍ਹ ਕੇ। ਨਾਮ ਜਪੋ ਭਾਈ ਆਓ, ਨਾਮ ਤਾਂ ਬਹੁਤ ਦੂਰ ਦੀ ਗੱਲ ਹੈ। ਧਿਆਨ ਲਾਓ ਰੱਬ ਨਾਲ ਭਾਈ, ਧਿਆਨ ਕਿਹਦੇ ਨਾਲ ਲਾਉਣਾ? ਧਿਆਨ ਤਾਂ ਮਨ ਦਾ ਰੱਖਣਾ, ਉਹ ਤਾਂ ਸਾਰਿਆਂ ਦੇ ਧਿਆਨ ਰੱਖਦਾ। ਕਹਿੰਦੇ ਵੀ ਆਪਾਂ ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭ ਨਾਮਾ, ਸਰਬ ਵਿਆਪੀ ਹੈ। ਫਿਰ ਵੀ ਅਸੀਂ ਗਲਤੀਆਂ ਕਰੀ ਜਾਂਦੇ ਹਾਂ, ਸਿਆਣੇ ਬਣ ਜਾਂਦੇ ਹਾਂ। ਜੋ ਜੋ ਜਗਤ ਮੇ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਣਾ। ਬਿਰਲਾ ਬੂਝੇ ਕੋਈ, ਉਹ ਗੁਰਸਿੱਖ ਨੇ ਬਿਰਲੇ ਜਿਹੜੇ ਰਾਹ 'ਤੇ ਚੱਲਦੇ ਨੇ, ਜਿਹੜੇ ਸਿਰ ਨੀਵਾਂ ਕਰਕੇ ਰੱਖਦੇ ਨੇ, ਉਹੀ ਇਹ ਖੇਲ ਨੂੰ ਬੁੱਝਦੇ ਨੇ। ਆਪਾਂ ਕਿਵੇਂ ਬੁੱਝਾਂਗੇ ਭਾਈ? ਆਪਾਂ ਬੁੱਝਾਂਗੇ ਗੁਰ ਕੇ ਚਰਨ ਬਾਣੀ ਨਾਲ ਜੋੜ ਕੇ, ਗੁਰ ਸ਼ਬਦ 'ਚੋਂ ਗਿਆਨ ਹੋਊ ਆਪਾਂ ਨੂੰ। ਗਿਆਨ ਤੋਂ ਬਾਅਦ ਫਿਰ ਉਹੀ ਧਿਆਨ ਬਣ ਜਾਂਦਾ। ਫਿਰ ਧਿਆਨ ਨਾਲ ਇਹ ਖੇਲ ਬੁੱਝਣੀ ਹੈ। ਫਿਰ ਇਹ ਮਨ ਨੂੰ ਸਮਝਣਾ ਵਾ ਆਪਾਂ। ਪ੍ਰਭ ਕੇ ਸਿਮਰਨ ਜਪ ਤਪ ਪੂਜਾ ਵੀ ਸਤਿਗੁਰਾਂ ਨੇ ਸਮਝਾਇਆ ਸੁਖਮਨੀ ਸਾਹਿਬ। ਜਪ ਤੋਂ ਭਾਵ ਜਦੋਂ ਵਿਚਾਰਧਾਰਾ ਨਾਲ ਅਸੀਂ ਜੁੜਦੇ ਹਾਂ, ਸਾਡਾ ਬਦਲਾਅ ਆਉਣਾ ਪੱਕਾ ਹੈ। ਪਰ ਅਸੀਂ ਵਿਚਾਰਧਾਰਾ ਨਾਲ ਨਹੀਂ ਜੁੜਦੇ, ਅਸੀਂ ਧਰਮ ਅਪਣਾਉਂਦੇ ਹਾਂ ਮਾਇਆ ਕਰਕੇ। ਧਰਮ ਤਾਂ ਸਾਡਾ ਵਿਸ਼ਾ ਹੀ ਨਹੀਂ ਹੁੰਦਾ ਹੈ। ਕਿਉਂ ਸਾਡਾ ਜੀਵਨ ਐਵੇਂ ਹੀ ਚੱਲਿਆ ਜਾਂਦਾ ਹੈ। ਜਾਨੂੰ ਕਾਲ ਆ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਉਣ। ਬਸ ਇੰਨਾ ਕੁ ਸਮਾਂ ਹੁੰਦਾ ਹੈ। ਉਦੋਂ ਪਹਿਲਾਂ ਆਪਾਂ ਪ੍ਰਾਪਤੀ ਕਰਕੇ ਆਪਦੇ ਘਰ ਪਹੁੰਚਣਾ, ਜੋ ਭਗਤ ਜੀ ਸਮਝਾ ਰਹੇ ਨੇ ਆਪਾਂ ਨੂੰ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਤਾਂ ਜਿਨ੍ਹਾਂ ਨੇ ਦੇਖੀ ਆ ਦਿਵ ਦ੍ਰਿਸ਼ਟੀ ਨਾਲ, ਉਹਨਾਂ ਨੇ ਆਪਾਂ ਨੂੰ ਸਮਝਾਇਆ। ਆਪਾਂ ਵੀ ਤਾਂ ਦੇਖਣਾ ਭਾਈ, ਆਪਾਂ ਵੀ ਤਾਂ ਦਰਸ਼ਨ ਕਰਨਾ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਜਦੋਂ ਆਤਮਾ ਉਹਦੇ ਰੰਗ 'ਚ ਰੰਗੀ ਜਾਂਦੀ ਹੈ, ਦਰਸ਼ਨ ਤੋਂ ਭਾਵ ਗਿਆਨਮਤ, ਗਿਆਨ ਦਰਸ਼ਨ। ਫਿਰ ਗਿਆਨ ਤੋਂ ਬਾਅਦ ਹੀ ਬੁੱਧੀ ਪਰਸ਼ਦੀ ਹੈ। ਫਿਰ ਪਰਸਨ, ਪਰਸਨ ਤੋਂ ਬਾਅਦ ਸਰਸਨ। ਫਿਰ ਉਹਦਾ ਜੀਵਨ ਖੁਸ਼ੀ ਖੇੜਾ ਬਣਿਆ ਰਹਿੰਦਾ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਉਹਦੇ ਅੰਦਰ ਵਿਗਾਸ ਵਾਲੀ ਸਥਿਤੀ ਬਣੀ ਰਹਿੰਦੀ ਹੈ। ਹਰਸਨ, ਫਿਰ ਹਰਦਮ ਵਿਲਾਪ ਹੁੰਦਾ। ਅੰਤਰਾਤਮਾ ਦਾ ਹੁਕਮ ਤਾਂ ਬਹੁਤ ਦੂਰ ਹੈ ਹਲੇ, ਪਰ ਅਸੀਂ ਤਾਂ ਹਲੇ ਤੁਰੇ ਹੀ ਨਹੀਂ ਹੈਗੇ। ਸਫ਼ਰ ਕਿਵੇਂ ਸ਼ੁਰੂ ਹੋਊਗਾ? ਗੱਲਾਂ ਨਾਲ ਅਸੀਂ ਪਹੁੰਚਣਾ ਚਾਹੁੰਦੇ ਹਾਂ। ਪ੍ਰੀਤਮ ਕੇ ਦੇਸ ਬਾਤਨ ਸੇ ਕੈਸੇ ਜਾਈਏ। ਕਿਵੇਂ ਪਹੁੰਚਾਂਗੇ? ਗੱਲਾਂ ਨਾਲ ਨਹੀਂ ਪਹੁੰਚ ਸਕਦੇ ਉੱਥੇ ਭਾਈ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਸੁਖਮਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ। ਇਹ ਜੀਵ ਤੋਂ ਉੱਥੇ ਕਿਸੇ ਵਿਧੀ ਨਾਲ ਨਹੀਂ ਪਹੁੰਚ ਸਕਦਾ। ਰਟਣ ਯੋਗ ਨਾਲ ਨਹੀਂ ਪਹੁੰਚ ਸਕਦਾ, ਹੱਡ ਯੋਗ ਨਾਲ ਨਹੀਂ ਪਹੁੰਚ ਸਕਦਾ। ਅਗੰਮ ਅਗੋਚ ਸਾਡੀ ਮਨਬੁੱਧੀ ਦਾ ਵਿਸ਼ਾ ਹੀ ਨਹੀਂ। ਉਹੀ ਤਾਂ ਆਪਾਂ ਗਿਆਨ ਲੈਣਾ ਹੈ ਭਾਈ। ਸੂਤ ਏਕ ਮਨ ਸਤ ਸਹਿਸ, ਜੈਸੇ ਓਤ ਪੋਤ ਪ੍ਰਭ ਸੋਈ। ਐਂ ਪ੍ਰਭੂ ਸਾਡੇ ਨਾਲ ਹੈ। ਉਹ ਕੁਦਰਤ ਨੇ ਗਿਆਨ ਨਾਲ ਸਾਰੀ ਸ੍ਰਿਸ਼ਟੀ ਬੰਨ੍ਹ ਕੇ ਰੱਖੀ। ਅਰਦਾਸ ਵੀ ਆਪਾਂ ਰੋਜ਼ ਕਰਦੇ ਹਾਂ। ਸਗਲ ਸਮਗਰੀ ਆਪਣੇ ਸੂਤਰਧਾਰੀ, ਜਿੰਨੀ ਵੀ ਆਪਾਂ ਪਲੈਨਟ ਮਾਇਆ ਜੋ ਦੇਖ ਰਹੇ ਹਾਂ, ਚਾਰੇ ਖਾਣੀਆਂ, ਸਾਰਾ ਕੁਛ ਉਹਨੇ ਗਿਆਨ ਨਾਲ ਬੰਨ੍ਹ ਕੇ ਰੱਖਿਆ ਹੋਇਆ। ਉਹੀ ਤਾਂ ਨਾਮ ਹੈ ਭਾਈ। ਨਾਮੇ ਉਤਪਤ ਨਾਮੇ ਪਰ ਲੋ। ਅਸੀਂ ਨਾਮ ਵੀ ਬਾਹਰੋਂ ਲੈਣੇ, ਉਹ ਅਗਿਆਨਤਾ ਹੈ ਸਾਡੀ। ਉਹ ਬਾਹਰਲੇ ਨੇ ਸਾਡੇ ਜਿਹੜੇ ਮਾਨਵ ਸੋਚਾਂ ਕਹਿ ਲਈਏ ਆਪਾਂ, ਹੱਡ ਯੋਗ ਤਪ ਯੋਗ, ਜੋ ਸਿਆਣੇ ਬਣ ਗਏ ਉਹਨਾਂ ਨੇ ਰਾਹ ਚਲਾ ਲਏ। ਉਹ ਸਭ ਖਿਆਲ ਨੇ। ਇਹ ਖਿਆਲ ਦੀ ਦੁਨੀਆ ਨਹੀਂ ਹੈਗੀ, ਇਹ ਸੱਚ ਦੀ ਦੁਨੀਆ ਮਾਨ। ਖਿਆਲ ਦੀ ਦੁਨੀਆ ਸਾਡੀ ਹੁੰਦੀ ਹੈ। ਸਾਰੇ ਧਰਮ ਖਿਆਲ ਦੇ ਵਿੱਚ ਹੀ ਕੀ ਕੁਛ ਲਿਖ ਗਏ ਦੇਖ ਲਓ। ਫਿਰ ਸਮਿਰਥ ਸ਼ਾਸਤਰ ਕਿੰਨੇ ਗ੍ਰੰਥ ਬਣ ਗਏ, ਕੀ ਮਿਲਿਆ? ਕਿਸੇ ਨੂੰ ਅੱਜ ਤੱਕ ਕੋਈ ਪ੍ਰਾਪਤੀ ਨਹੀਂ ਹੋਈ। ਰਾਮ ਰਾਮ ਕਰਤਾ। ਪਿੱਛੇ ਆਪਾਂ ਭਗਤ ਜੀ ਦੀ ਜਿਹੜੀ ਪਹਿਲੀ ਸ਼ਬਦ ਵਿਚਾਰ ਕੀਤੀ, ਉਹਦੇ ਵਿੱਚ ਇਹੀ ਹੈ, ਦੇਵਾ ਪਾਹਣ ਤਾਰੀ ਵਾਲੇ। ਉੱਪਰ ਉੱਥੋਂ ਵੀ ਭਰਮ ਖਾਧਾ ਵਾ, ਪੱਥਰਾਂ ਨੂੰ ਪੂਜਣ ਲੱਗ ਗਏ ਅਸੀਂ। ਉਹ ਦੇਵ ਸਾਡੇ ਅੰਦਰ ਹੈ ਭਾਈ। ਉਹੀ ਤਾਂ ਆਪਾਂ ਦਰਸ਼ਨ ਕਰਨਾ। ਅੰਦਰ ਅੰਤਰ ਦੇਵ ਨਾ ਜਾਣੇ ਅੰਧ, ਅੰਨਾ ਹੈ ਮਨ ਪਰ ਮਨ ਸਿਆਣਾ ਬਣਿਆ ਬੈਠਾ ਹੈ। ਮਨ ਅੰਧਾ ਨਾਉ ਸਜਾਣ, ਆਸਾ ਕੀ ਪਰ ਸਤਿਗੁਰਾਂ ਨੇ ਸਮਝਾਇਆ। ਰਹਾਉ ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤਾਨ ਨਾ ਹੋਈ। ਜਿਵੇਂ ਜਲਾਂ ਦੇ ਵਿੱਚੋਂ, ਸਮੁੰਦਰ 'ਚੋਂ ਤਰੰਗ ਉੱਠਦੀ ਹੈ, ਪਰ ਹੈ ਤਾਂ ਜਲ ਹੀ ਹੈ ਭਾਈ। ਇਵੇਂ ਜੀਵ ਲਾਗੂ ਹੋਇਆ, ਫਿਰ ਉਹਨੇ ਵਿੱਚ ਸਮਾ ਜਾਣਾ ਵਾ। ਪਰ ਸਮਾਵਾਂਗੇ ਤਾਂ ਆਪਾਂ ਭਾਈ, ਜੇ ਗੁਰ ਕੀ ਮੱਤ ਆਪਾਂ ਲਵਾਂਗੇ, ਆਪਣੀ ਮੱਤ ਤਿਆਗ ਕਰਾਂਗੇ। ਤਿਆਗ ਹੀ ਤਾਂ ਭਗਤੀ ਹੈ, ਤਿਆਗ ਹੀ ਧਰਮ ਹੈ। ਜਿਹੜੇ ਅਸੀਂ ਧਰਮ ਬਣਾਈ ਬੈਠੇ, ਉਹ ਸਾਰੇ ਸਰੀਰ ਕਰਕੇ ਧਰਮ ਨਹੀਂ ਹੁੰਦੇ ਹੈਗੇ। ਉਹ ਮਜ਼ਹਬ ਹੈ। ਧਰਮ ਸਾਰਿਆਂ ਦਾ ਹੀ ਇੱਕ ਹੈ। ਸਰਬ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ। ਹਰ ਨੂੰ ਸਮਝਣਾ, ਆਪਦੇ ਮੂਲ ਨੂੰ ਸਮਝਣਾ, ਸਮਝ ਕੇ ਦੂਏ ਨੂੰ ਸਮਝਾਉਣਾ, ਇਹ ਧਰਮ ਹੈ ਆਪਣਾ। ਆਤਮਾ ਕਰਕੇ, ਸਰੀਰ ਕਰਕੇ ਜਿਹੜੇ ਅਸੀਂ ਧਰਮ ਮੰਨੀ ਬੈਠੇ, ਉਹ ਮਜ਼ਹਬ ਨੇ। ਉਹ 'ਚੋਂ ਕੀ ਪੈਦਾ ਹੁੰਦਾ ਹੈ? ਉਹ 'ਚੋਂ ਵਿਰੋਧ ਪੈਦਾ ਹੁੰਦਾ। ਇਹ ਫਿਰਕੇ ਨੇ। ਬਸ ਐਂ ਸਾਡਾ ਜੀਵਨ ਨਿਕਲ ਜਾਂਦਾ ਹੈ। ਜਿਵੇਂ ਜਲ 'ਚੋਂ ਤਰੰਗ ਉੱਠੀ, ਹੈ ਤਾਂ ਜਲ ਹੀ ਹੈ।
ਉਹੀ ਭਗਤ ਜੀ ਸਮਝਾਉਂਦੇ ਆ, ਜਲ ਤਰੰਗ ਔਰ ਫੇਨ ਬੁਦਬੁਦਾ ਜਲ ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਇਹ ਤੋਂ ਆਪਾਂ ਜੇ ਅਲੱਗ ਹੋ ਕੇ ਦੇਖਾਂਗੇ, ਮਾਇਆ ਤੋਂ ਭਰੁੱਠ ਕੇ ਗੁਰ ਕੇ ਚਰਨ ਬਾਣੀ ਨਾਲ ਜੁੜ ਕੇ ਗੁਰ ਸ਼ਬਦ ਦਾ ਗਿਆਨ ਲੈ ਕੇ, ਫਿਰ ਸਾਨੂੰ ਸਾਰੀ ਇਹ ਖੇਲ ਸਮਝ ਆਉਣੀ ਹੈ। ਸੁਕਿਰਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨੇ। ਇਹ ਸੁਕਿਰਤ ਧਰਮ ਹੈ ਆਤਮਾ ਕਰਕੇ, ਜਿਹੜੀ ਅਸੀਂ ਹੱਥਾਂ ਪੈਰਾਂ ਨਾਲ ਕਰਦੇ ਹਾਂ ਉਹ ਕਰਮ ਹੈ। ਜੇ ਅਸੀਂ ਉਹਦੇ ਨਾਲ ਜੁੜੇ ਰਹੇ ਫਿਰ ਵਿਛੜੇ ਹੀ ਰਹਾਂਗੇ। 12 ਮਾਹ ਸਤਿਗੁਰਾਂ ਨੇ ਸਮਝਾਇਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਹਾ। ਜੇ ਅਸੀਂ ਕਿਰਤ ਨੂੰ ਮੰਨਦੇ ਰਹੇ ਵੀ ਅਸੀਂ ਕੁਝ ਕਰ ਸਕਦੇ ਹਾਂ, ਫਿਰ ਕਦੇ ਵੀ ਆਤਮਾ ਪ੍ਰਾਤਮਾ ਆਪਦੇ ਮੂਲ ਨਾਲ ਨਹੀਂ ਮਿਲ ਸਕਦੀ ਹੈਗੀ। ਸਰੀਰ ਕਰਕੇ ਜ਼ਰੂਰ ਪੂਰਨ ਹੋ ਜਾਂਦੇ ਹਾਂ, ਦੁਨੀਆ ਸਾਨੂੰ ਮੰਨਣ ਲੱਗ ਜਾਂਦੀ ਹੈ, ਪ੍ਰਭਾਵਿਤ ਹੋ ਜਾਂਦੀ ਹੈ, ਪਰ ਜਦੋਂ ਕਾਲ ਆਉਂਦਾ ਫਿਰ ਇੱਕ ਨਹੀਂ ਚੱਲਦੀ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਨਾਲ ਫਿਰ ਕੀ ਖੱਟਿਆ ਇੱਥੇ ਆ ਕੇ ਭਾਈ ਆਪਾਂ। ਸੁਕਿਰਤ ਧਰਮ ਇਹੀ ਹੈ, ਭਾਣੇ 'ਚ ਰਹਿਣਾ, ਗੁਰ ਸ਼ਬਦ ਦੀ ਕਮਾਈ, ਇਹਦੇ ਨਾਲ ਜੁੜੇ ਰਹਿਣਾ, ਇਹ ਕਿਰਤ ਆਪਾਂ ਕਰਨੀ ਹੈ। ਇਹਨੂੰ ਕਿਰਤ ਕਹਿੰਦੇ ਆ, ਜਸ ਜਿਹੜਾ ਆਪਾਂ ਹੱਥਾਂ ਪੈਰਾਂ ਨਾਲ ਕਰਦੇ ਹਾਂ ਉਹ ਕਿਰਤ ਹੈ। ਕਿਰਤ ਤੋਂ ਬਾਅਦ ਫਿਰ ਕੀਰਤ ਸ਼ੁਰੂ ਹੁੰਦੀ ਹੈ। ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਜਿਹੜੇ ਕੀਰਤ ਨਾਲ ਜਸ ਨਾਲ ਜੁੜਦੇ ਨੇ ਉਹਨਾਂ ਦੇ ਅੰਦਰ ਹੀ ਤਾਂ ਵਿਚਾਰ ਹੁੰਦੀ ਹੈ, ਉਹੀ ਜਸ ਕਰਨਗੇ ਭਾਈ। ਸੁਕਿਰਤ ਮਨਸਾ ਗੁਰ ਉਪਦੇਸੀ, ਇਹ ਗੁਰ ਉਪਦੇਸ਼ ਨਾਲ ਆਪਾਂ ਨੂੰ ਸਾਰੀ ਖੇਲ ਸਮਝ ਆਉਣੀ ਆ। ਫਿਰ ਮਨ ਨੇ ਮੰਨਣਾ, ਜਾਗਤ ਹੀ ਮਨ ਮਾਨਿਆ। ਮਨ ਤਾਂ ਸੁੱਤਾ ਪਿਆ ਸੰਸਾਰ ਨਾਲ ਜੁੜ ਕੇ ਭਾਈ, ਐ ਨਹੀਂ ਸੁੱਤਾ ਪਿਆ, ਪਰ ਜਿਹੜਾ ਕੰਮ ਕਰਨ ਆਇਆ ਉਹਦੇ ਬੰਨੇ ਸੁੱਤਾ ਪਿਆ ਵਾ। ਜਦੋਂ ਫਿਰ ਗੁਰ ਉਪਦੇਸ਼ ਦਾ ਗਿਆਨ ਕਿਰਪਾ ਰਹਿਮਤ ਹੁੰਦੀ ਹੈ, ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ, ਫਿਰ ਮਨ ਮੰਨ ਜਾਂਦਾ ਹੈ। ਜਾਗਤ ਹੀ ਮਨ ਮਾਨਿਆ, ਫਿਰ ਜਾਗ ਜਾਂਦਾ ਹੈ। ਆਪਾਂ ਵੀ ਤਾਂ ਜਾਗਣਾ ਭਾਈ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੇ ਵਿਚਾਰੀ। ਫਿਰ ਹੀ ਵਿਚਾਰ ਕਰਾਂਗੇ ਕੁਦਰਤ ਬਾਰੇ ਆਪਾਂ। ਇਹ ਹਰ ਕਥਾ ਹੈ ਬਾਣੀ, ਇਹਦੇ ਨਾਲ ਆਪਾਂ ਜੁੜਨਾ ਹੈ। ਸਭ ਤੋਂ ਹੀ ਉੱਤਮ ਹਰ ਕੀ ਕਥਾ। ਆਪਾਂ ਸੁਖਮਨੀ ਸਾਹਿਬ ਰੋਜ਼ ਕਿੰਨੀ ਵਾਰ ਕਰਦੇ ਹਾਂ, ਪਰ ਪੜ੍ਹ ਕੇ ਨਹੀਂ ਜਾਂਦੇ ਹਾਂ। ਇਹ ਹਰ ਕਥਾ ਹੈ ਭਾਈ, ਜਿਹੜੇ ਨੂੰ ਸੁਣਨਗੇ ਉਹ ਅਮਰ ਹੋ ਜਾਣਗੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਹੋਵੇ ਪਰਮ ਗਤੀ ਮੇਰੀ। ਫਿਰ ਹੀ ਆਪਾਂ ਨੂੰ ਪ੍ਰਾਪਤੀ ਹੋਊਗੀ, ਪਰ ਆਪਾਂ ਤਾਂ ਪੜ੍ਹ ਕੇ ਨਿਕਲ ਜਾਂਦੇ ਹਾਂ। ਜੋ ਗੁਰੂ ਭਗਤ ਸਾਹਿਬਾਨ ਨੇ ਸਾਨੂੰ ਮਨਾ ਕੀਤਾ ਅਸੀਂ ਉਹੀ ਕਰੀ ਜਾਂਦੇ, ਫਿਰ ਕੁਛ ਨਹੀਂ ਮਿਲਣਾ ਆਪਾਂ ਨੂੰ। ਆਪਾਂ ਸਿੱਖੀ ਲੈਣੀ ਹੈ, ਸਿੱਖੀ ਦਾ ਘਰ ਹੈ ਗੁਰੂ ਘਰ ਜਾ ਕੇ ਵੀ। ਗੁਰੂ ਨੂੰ ਉਪਦੇਸ਼ ਨਹੀਂ ਕਰਨਾ। ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰੇਰਿਆ, ਸਾਰੇ ਧਰਮਾਂ ਨੂੰ ਸਮਝਾਇਆ, ਉਹਨਾਂ ਨੂੰ ਤਾਂ ਆਪਾਂ ਉਪਦੇਸ਼ ਕਰਨ ਲੱਗੇ ਗੁਰੂ ਘਰ ਜਾ ਕੇ, ਤੇ ਫਿਰ ਆਪਣੀ ਝੋਲੀ 'ਚ ਕੀ ਪੈਣਾ ਸੀਗਾ। ਇਹ ਸੁਣਨ ਦੀ ਵਿਧੀ ਹੈ। ਆਇਓ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗ ਲਾਲਚ ਅਨ ਬਿਰਥਾ ਜਨਮ ਪ੍ਰਾਣੀ। ਇਹ ਜੀਵ ਤੇਰਾ ਜਨਮ ਐਵੇਂ ਹੀ ਜਾ ਰਿਹਾ। ਤੂੰ ਕੁਛ ਲੈਣ ਆਇਆ ਸੀ, ਸੁਣਨ ਆਇਆ ਸੀ, ਸੁਣਾਉਣ ਹੀ ਲੱਗ ਗਿਆ, ਫਿਰ ਕੀ ਮਿਲਣਾ ਸੀ ਭਾਈ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੇ ਵਿਚਾਰੀ। ਘਟ ਘਟ ਹਰ ਇੱਕ ਹਿਰਦੇ ਦੇ ਵਿੱਚ ਮਨ ਦੇ ਨਾਲ ਹੀ ਸਰਬ ਨਿਰੰਤਰ ਲਗਾਤਾਰ ਹੁਕਮ ਦਾ ਜਿਹੜਾ ਪੈਰਾ ਹੈ, ਉਹਦੇ ਕਰਕੇ ਤਾਂ ਸਾਡਾ ਸਰੀਰ ਚੱਲ ਰਿਹਾ ਵਾ। ਕੇਵਲ ਏਕ ਮੁਰਾਰੀ, ਇੱਕ ਹੈ। ਇੱਕ ਹੋਏ ਤੋਂ ਹੀ ਆਪਾਂ ਨੂੰ ਸਾਰੀ ਖੇਲ ਸਮਝ ਆਉਣੀ ਹੈ। ਇਹ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗੇ। ਸਾਧ ਜਨਾਂ ਦੀ ਬਾਣੀ ਹੈ। ਸਟੈਪ ਬਾਈ ਸਟੈਪ ਆਪਾਂ ਨੂੰ ਪ੍ਰਾਪਤੀ ਹੋਣੀ ਹੈ। ਪਹਿਲਾ ਗਿਆਨ, ਫਿਰ ਮੁਕਤੀ, ਫਿਰ ਨਾਮ, ਫਿਰ ਜਨ। ਪਰ ਆਪਾਂ ਤਾਂ ਹਲੇ ਤੁਰੇ ਹੀ ਨਹੀਂ। ਦੂਰ ਗਗਨ ਸਿਰ ਉੱਪਰ ਕਰਨਾ, ਸਫ਼ਰ ਬਹੁਤ ਦੂਰ, ਪਰ ਆਪਾਂ ਤੁਰੇ ਹੀ ਨਹੀਂ ਹੈਗੇ। ਸਿਆਣੇ ਬਣੇ ਹੈ ਤਾਂ ਕਰਕੇ। ਇਸ ਕਰਕੇ ਇਹ ਗਲਤੀ ਨਹੀਂ ਕਰਨੀ। ਆਪਾਂ ਗੁਰ ਕੀ ਚਰਨ ਬਾਣੀ ਨਾਲ ਜੁੜ ਕੇ ਇਹ ਆਪਾਂ ਪ੍ਰਾਪਤੀ ਕਰਨੀ ਹੈ। ਚਾਰ ਪਦਾਰਥਾਂ 'ਚ ਆਪਣੇ ਘਰ ਪਹੁੰਚਣਾ, ਸੰਸਾਰ 'ਤੇ ਆਉਣਾ, ਤਾਂ ਹੀ ਆਪਣਾ ਸਫਲ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।